शुरुआत करांगे 6वीं जमात दी समाजिक सिक्ख्या दा यानी कि 6th क्लास दे SST दी शुरुआत करांगे। जिवें कि आपां ने डिस्कस करिया सी कि अप्रैल मई दा जिहड़ा सिलेबस है ਉਹਦੇ ਵਿੱਚ ਭੂਗੋਲ ਦੇ 2 ਚੈਪਟਰ ਆਉਣਗੇ। ਭੂਗੋਲ ਦੇ 2 ਪਾਠ ਆਣੇ ਨੇ ਜਿਨ੍ਹਾਂ ਵਿੱਚੋਂ ਹੁਣ ਅਸੀਂ ਪਹਿਲਾਂ ਭੂਗੋਲ ਨੂੰ ਹੀ ਸ਼ੁਰੂ ਕਰਾਂਗੇ। ਭੂਗੋਲ ਦਾ ਪਾਠ ਪਹਿਲਾ, ਠੀਕ ਹੈ ਜੀ। ਤਾਂ ਆਪਾਂ ਦੇਖ ਲੈਂਦੇ ਹਾਂ ਹੁਣ ਕੀ ਹੈ ਭੂਗੋਲ ਦੇ ਪਾਠ ਪਹਿਲੇ ਵਿੱਚ। ਤਾਂ ਕਰਦੇ ਹਾਂ ਫਿਰ ਆਪਾਂ ਸ਼ੁਰੂਆਤ। ਅੱਜ ਆਪਾਂ ਨੇ ਕੀ ਸ਼ੁਰੂਆਤ ਕਰਨੀ ਹੈ? ਸਮਾਜਿਕ ਸਿੱਖਿਆ ਦੇ ਵਿੱਚ ਕਿਹਦੀ ਸ਼ੁਰੂਆਤ ਕਰਾਂਗੇ? ਭੂਗੋਲ ਦੀ। ਭੂਗੋਲ ਦੇ ਵਿੱਚ ਸਾਡਾ ਕਿਹੜੀ ਕਲਾਸ ਹੈ ਇਹ? 6ਵੀਂ ਜਮਾਤ ਨੂੰ ਅਸੀਂ ਸ਼ੁਰੂਆਤ ਕਰਦੇ ਹਾਂ। 6ਵੀਂ ਯਾਨੀ ਕਿ 6th ਕਲਾਸ ਦੇ ਭੂਗੋਲ ਨੂੰ ਪੜਾਂਗੇ, ਠੀਕ ਹੈ ਜੀ। ਜਿਹਦੇ ਵਿੱਚ ਸਾਡਾ ਪਾਠ ਪਹਿਲਾ ਹੈ। ਇਸ ਵਾਰੀ ਜਿਹੜਾ ਅਪ੍ਰੈਲ ਮਈ ਦੇ ਮਹੀਨੇ ਵਿੱਚ ਸਿਲੇਬਸ ਆਣਾ ਉਹਦੇ ਵਿੱਚ ਭੂਗੋਲ ਦੇ 2 ਪਾਠ ਆਣਗੇ, ਪਾਠ 1 ਤੇ ਪਾਠ 2। ਹੁਣ ਅਸੀਂ ਪਾਠ 1 ਨੂੰ ਪਹਿਲਾਂ ਪੜਾਂਗੇ, ਠੀਕ ਹੈ। ਪਾਠ 1 ਕਿਹੜਾ ਹੈ ਸਾਡਾ? ਪ੍ਰਿਥਵੀ, ਜੋ ਕਿ ਕੀ ਹੈ? ਸੂਰਜ ਪਰਿਵਾਰ ਦਾ ਇੱਕ ਅੰਗ ਹੈ। ਸੂਰਜ ਪਰਿਵਾਰ ਦਾ अंग, ठीक है जी। अंग का मतलब हुंदा है एक हिस्सा, ठीक है जी। अंग का की मतलब है? एक हिस्सा। हिस्से नूं ही की कह दिंदे ने? अंग कहंदे ने, ठीक है बच्चे। याद रखना है, कंफ्यूज नहीं होना। जिथे भी तुहानूं कोई लगे कोई डाउट है तुसीं मैनूं कमेंट करके पूछ लेना है कि मैडम ये चीज़ सानूं समझ नहीं आई, सानूं दोबारा समझा दो। वैसे थोनू हर एक चीज़ वीडियो तो हर एक चीज़ क्लीयर समझ आ जाएगी। जे फिर भी ना आए तो कमेंट कर देना, ठीक है जी। चलो तो हुण आपां अज 6वीं जमात दी भूगोल दी शुरुआत करते हैं, जिहदे च पाठ पहला है साडा पृथ्वी सूरज परिवार दा अंग। इस लाइन का की मतलब है पहला तो यही समझते हैं, ठीक है जी। इहदे विच कहना चाहुंदा है पृथ्वी। पृथ्वी यानी कि जिहड़ी साडी की है? धरती है। ਜਿਹੜਾ ਸਾਡੇ ਧਰਤੀ ਹੈ, ਧਰਤੀ ਕੀ ਇੱਕ ਗ੍ਰਹਿ ਹੈ। ਜਿਹੜੀ ਸਾਡੀ ਧਰਤੀ ਹੈ ਉਹ ਕਹਿੰਦਾ ਉਹ ਹੈ ਕੀ? ਕੌਲਨ ਕੀ ਹੈ ਉਹ? ਸੂਰਜ ਪਰਿਵਾਰ ਦਾ ਇੱਕ ਅੰਗ ਹੈ। ਯਾਨੀ ਕਿ ਪੂਰਾ ਪਰਿਵਾਰ ਕਿਹਦਾ ਹੈ? ਸੂਰਜ ਦਾ ਹੈ। ਉਹ ਸੂਰਜ ਦੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਮੈਂਬਰ ਨੇ, ਜਿਵੇਂ ਕਿ ਬੁੱਧ ਗ੍ਰਹਿ, ਸ਼ੁਕਰ ਗ੍ਰਹਿ, ਵੀਨਸ, ਹੈ ਨਾ, ਸ਼ਨੀ ਗ੍ਰਹਿ, ਅਰੁਣ, ਵਰੁਣ, ਇਹ ਸਾਰੇ ਕੀ ਨੇਗੇ ਉਹਦੇ ਵਿੱਚ ਗ੍ਰਹਿ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਉਹਦਾ ਹਿੱਸਾ ਹੈ ਪ੍ਰਿਥਵੀ, ਠੀਕ ਹੈ ਜੀ। ਜਿਵੇਂ ਇਹ ਮੈਂ ਹਾਂ, ਮੇਰੀ ਫੁੱਲ ਬੋਡੀ ਹੈ ਇਹ, ਠੀਕ ਹੈ। ਮੈਂ ਜੇ ਕਹਾਂ ਆਹ ਹੱਥ ਇਸ ਬੋਡੀ ਦਾ ਕੀ ਲੱਗਦਾ ਹੈ? ਆਹ ਹੱਥ ਇਸ ਬੋਡੀ ਦਾ ਕੀ ਹੈ? ਇੱਕ ਅੰਗ ਹੈ, ਯਾਨੀ ਕਿ ਇੱਕ ਹਿੱਸਾ ਹੈ। ਉਸੇ ਤਰ੍ਹਾਂ ਜਿਹੜੀ ਪ੍ਰਿਥਵੀ ਹੈ ਸਾਡੀ, ਇਹ ਕੀ ਹੈ? ਸੂਰਜ ਦਾ ਇੱਕ ਬਹੁਤ ਬੜਾ ਪਰਿਵਾਰ ਹੈ ਜਿਹਦੇ ਚ ਕਈ ਸਾਰੇ ਮੈਂਬਰਸ ਨੇ। ਉਹਨਾਂ ਦੇ ਵਿੱਚੋਂ ਇੱਕ ਮੈਂਬਰ ਹੈ ਸਾਡਾ ਪ੍ਰਿਥਵੀ, ठीक है जी। तो उस मैंबर नूं की कहता कि यह सूरज के परिवार का एक की है? अंग, ठीक है जी। तो अंग का मतलब समझ आ गया कि यह सूरज के परिवार का ही एक हिस्सा है। यानी कि सूरज के कोल होर भी बहुत कुछ है जिन्हों कि असीं अगे जाके पढ़ांगे, पर फिलहाल असीं सब तो पहला किनू पढ़ांगे? पृथ्वी नूं, ठीक है जी। तो लैसन समझ आ गया, पाठ समझ आ गया कि असीं पढ़ना की है, ठीक है जी। असीं पढ़ना है पृथ्वी के बारे च, ठीक है जी। चलो तो हुण असीं इस पाठ की करते हैं शुरुआत। तो सब तो पहला असीं इहदे विच जिहड़ा साडा टॉपिक है वो है ब्रह्मंड। सब तो पहला सानू की है? ब्रह्मंड के बारे च पता होना चाहिए है, ठीक है जी। ब्रह्मंड ये है कि? देखो आप बिल्कुल भी कोई औखी भाषा दे विच नहीं जाना है, बिल्कुल अपनी देसी सिंपल पंजाबी भाषा दे विच समझना है, जो असीं अपनी डेली रेगूलर लाइफ दे विच घर दे अंदर बाहर आंदे जांदे यूज करते हैं। बिल्कुल उवें ही समझना है, ठीक है। क्योंकि जदों भी देखो किताबां दे विच डड़ करके लाइनां लिखियां हुंदियां ने सीधियां, पर जदों बच्चे पढ़ते हैं, बच्चे तुसीं उन्हां नूं पढ़दे हो सारा की है साडे सिर दे उपरों दी लंघ जांदा है, समझ कुछ नहीं आउंदा। तां उन्हां लाइनां दा कोई मतलब नहीं, इहनूं आपां अपनी भाषा दे विच समझांगे, जिवें आपां एक दूसरे नाल घर दे विच गलबात करदे हां, ठीक है जी। ਤਾਂ ਹੁਣ ਉਸੇ ਤਰੀਕੇ ਨਾਲ ਆਪਾਂ ਬਿਲਕੁਲ ਸਿੰਪਲ ਸਮਝਾਂਗੇ। ਜਦੋਂ ਤੁਹਾਡੇ ਸਮਝ ਪੈ ਗਿਆ ਫਿਰ ਤੁਸੀਂ ਇੰਨੇ ਲਾਇਕ ਤੁਹਾਨੂੰ ਟੀਚਰਾਂ ਨੇ, ਅਧਿਆਪਕਾਂ ਨੇ ਬਣਾ ਹੀ ਦਿੱਤਾ ਕਿ ਤੁਸੀਂ ਲਾਈਨ ਬਣਾ ਕੇ ਉਹਨੂੰ ਸਮਝਾ ਕੇ ਲਿਖ ਸਕਦੇ ਹੋ, ਠੀਕ ਹੈ ਜੀ। ਤਾਂ ਸਮਝਣਾ ਹਮੇਸ਼ਾ, ਸਮਝਣਾ ਤੇ ਸੋਚਣਾ ਹਮੇਸ਼ਾ ਆਪਣੀ ਮਾਤ ਭਾਸ਼ਾ ਦੇ ਵਿੱਚ ਹੈ, ਠੀਕ ਹੈ। ਔਰ ਲਿਖਣਾ ਫਿਰ ਜੋ ਵੀ ਤੁਹਾਡਾ ਮਕਸਦ ਹੈ, ਠੀਕ ਹੈ ਜੀ, ਉਹ ਲਿਖ ਦੇਣਾ ਸਹੀ ਸ਼ਬਦਾਂ ਦੇ ਵਿੱਚ ਇਸਤੇਮਾਲ ਕਰਕੇ। ਕਲੀਅਰ ਹੈ? ਤਾਂ ਹੁਣ ਆਪਾਂ ਪੜ੍ਹਦੇ ਹਾਂ ਬ੍ਰਹਿਮੰਡ ਨੂੰ।
ਦੇਖੋ ਸਿੰਪਲੀ ਬ੍ਰਹਿਮੰਡ ਕੀ ਹੈ, ਤੁਸੀਂ ਜਦੋਂ ਘਰੋਂ ਬਾਹਰ ਨਿਕਲਦੇ ਹੋ ਖੁੱਲੀ ਛੱਤ ਦੇ ਹੇਠਾਂ, ਠੀਕ ਹੈ, ਜਾਂ ਛੱਤ ਦੇ ਉੱਪਰ, ਖੁੱਲੀ ਛੱਤ ਦੇ ਉੱਪਰ ਜਦੋਂ ਅਸੀਂ ਜਾਂਦੇ ਆ ਤਾਂ ਜਦੋਂ ਅਸੀਂ ਉੱਪਰ ਨੂੰ ਮੂੰਹ ਕਰਕੇ ਆਕਾਸ਼ ਵੱਲ ਨੂੰ ਦੇਖਦੇ ਆ ਤਾਂ ਸਾਨੂੰ ਕੀ ਨਜ਼ਰ ਆਉਂਦਾ ਹੈ? ਸਾਨੂੰ ਉੱਥੇ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਜਿਵੇਂ ਕਿ ਛੋਟੇ ਤਾਰੇ, ਛੋਟੇ ਛੋਟੇ ਤਾਰੇ, ਵੱਡੇ ਵੱਡੇ ਤਾਰੇ, ਕੁਝ ਗ੍ਰਹਿ, ਠੀਕ ਹੈ, ਸੇਮ ਉਲਕਾ। ਤਾਂ ਏਦਾਂ ਸਾਨੂੰ ਕਈ ਸਾਰੀਆਂ ਚੀਜ਼ਾਂ ਕੀ ਨੇ ਨਜ਼ਰ ਆਉਂਦੀਆਂ ਨੇ। ਤਾਂ ਇਹਨਾਂ ਚੀਜ਼ਾਂ ਦੇ ਸਮੂਹ ਨੂੰ, ਸਮੂਹ ਮਤਲਬ ਇਕੱਠ, ਇਹਨਾਂ ਚੀਜ਼ਾਂ ਦੇ ਇਕੱਠ ਨੂੰ ਹੀ ਅਸੀਂ ਕੀ ਕਹਿ ਦਿੰਦੇ ਆ? ਬ੍ਰਹਿਮੰਡ। ਠੀਕ ਹੈ ਜੀ, ਤਾਂ ਸਮਝ ਆਇਆ ਬ੍ਰਹਿਮੰਡ ਕੀ ਹੈ? ਕੁਝ ਛੋਟੇ ਵੱਡੇ ਤਾਰੇ, ਕੁਝ ਛੋਟੇ ਵੱਡੇ ਗ੍ਰਹਿ, ਜਿਵੇਂ ਕਿ ਧਰਤੀ, ਬੁੱਧ ਗ੍ਰਹਿ, ਸ਼ੁਕਰ ਗ੍ਰਹਿ, ਸ਼ਨੀ ਗ੍ਰਹਿ, ਅਰੁਣ ਗ੍ਰਹਿ, ਵਰੁਣ ਗ੍ਰਹਿ, ਠੀਕ ਹੈ, ਤੇ ਕੁਝ ਉਪਗ੍ਰਹਿ ਜਿਵੇਂ ਚੰਦਰਮਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਕੀ ਕਹਿ ਦਿੰਦੇ ਆ? ਉਹਨੂੰ ਬ੍ਰਹਿਮੰਡ। ਤਾਂ ਯਾਨੀ ਕਿ ਆਸ ਜਦੋਂ ਅਸੀਂ ਛੱਤ, ਖੁੱਲੀ ਛੱਤ ਵੱਲ ਉੱਪਰ ਨੂੰ ਮੂੰਹ ਕਰਕੇ ਦੇਖੀਏ ਤਾਂ ਇਹ ਸਾਰਾ ਹੀ ਕੀ ਹੈ? ਬ੍ਰਹਿਮੰਡ ਹੈ। ਹੁਣ ਇਹ ਬ੍ਰਹਿਮੰਡ ਹੈ ਜਿਹੜਾ, ਇਹ ਹੈ ਕਿੱਡਾ ਕੁ? ਇਹ ਬ੍ਰਹਿਮੰਡ ਇੰਨਾ ਬੜਾ ਹੈ ਕਿ ਇਹਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਠੀਕ ਹੈ ਜੀ, ਤਾਂ ਸਮਝ ਆਇਆ? ਬ੍ਰਹਿਮੰਡ ਇੰਨਾ ਵੱਡਾ ਹੈ ਕਿ ਅਸੀਂ ਇਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ। ਹੁਣ ਸਵਾਲ ਆਉਂਦਾ ਹੈ ਕਿ ਜਿਹੜਾ ਬ੍ਰਹਿਮੰਡ ਹੈ ਇਹ ਬਣਿਆ ਕਿਵੇਂ? ਇੰਨਾ ਬੜਾ ਜਿਹੜਾ ਇਹ ਹੈ ਆਸਮਾਨ ਸਾਡਾ, ਸਾਨੂੰ ਦਿਖਦਾ ਏ, ਚੰਨ ਨੇ, ਤਾਰੇ ਨੇ, ਪਤਾ ਨਹੀਂ ਕੀ ਚੀਜ਼ਾਂ ਨੇ, ਧੂੜ ਕਣ, ਗੈਸਾਂ, ਸਾਰਾ ਕੁਛ ਇਹਦੇ ਵਿੱਚ ਮੌਜੂਦ ਹੈ। ਤੇ ਬਣਿਆ ਕਿਵੇਂ? ਠੀਕ ਹੈ, ਹੁਣ ਅਸੀਂ ਇਹਦੀ ਥੋੜੀ ਜਿਹੀ ਉਤਪਤੀ ਬਾਰੇ ਜਾਣ ਲੈਂਦੇ ਆ ਕਿ ਜਿਹੜਾ ਬ੍ਰਹਿਮੰਡ ਹੈ ਇਹ ਬਣਿਆ ਕਿਵੇਂ। ਠੀਕ ਹੈ ਜੀ, ਤਾਂ ਕੁਝ ਵਿਗਿਆਨੀਆਂ ਨੇ ਦੱਸਿਆ ਕਿ ਇੱਕ ਬਹੁਤ ਬੜਾ ਕੀ ਸੀਗਾ? ਤਾਰਾ ਸੀ। ਇੱਕ ਬਹੁਤ ਬੜਾ ਤਾਰਾ ਸੀ। ਕਿਸ ਤਰੀਕੇ ਦਾ ਤਾਰਾ ਸੀ? ਉਹ ਜਿਹੜਾ ਤਾਰਾ ਸੀਗਾ ਉਹ ਕਿੱਦਾਂ ਦਾ ਸੀ? ਉਹਦੇ ਕਹਿੰਦੇ ਕੋਲ ਬਹੁਤ ਹੀ ਜ਼ਿਆਦਾ ਸੰਘਣਤਾ ਸੀ, ਉਹਦੇ ਕੋਲ ਬਹੁਤ ਜ਼ਿਆਦਾ ਕੀ ਸੀਗਾ? ਉਹ ਕਣਾ ਸੀਗਾ। ਹੁਣ ਕਣਾ ਦਾ ਮਤਲਬ ਕੀ ਹੁੰਦਾ ਹੈ? ਕਣਾ ਦਾ ਮਤਲਬ ਹੁੰਦਾ ਹੈ ਕਿ ਕਿਸੇ ਚੀਜ਼ ਦੇ ਜਿਹੜੇ ਕਣ ਨੇ ਬਹੁਤ ਬਰੀਕ ਬਰੀਕ ਹੋ ਕੇ ਉਹ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਚਿਪਕ ਜਾਂਦੇ ਨੇ। ਜਦੋਂ ਬਹੁਤ ਜ਼ਿਆਦਾ ਕਲੋਜ਼ਲੀ ਹੋ ਕੇ ਚਿਪਕ ਜਾਂਦੇ ਨੇ ਤਾਂ ਉਹ ਚੀਜ਼ ਕੀ ਹੁੰਦੀ ਹੈ? ਭਾਰੀ ਹੋ ਜਾਂਦੀ ਹੈ। ਤਾਂ ਉਸ ਭਾਰੇਪਨ ਨੂੰ ਹੀ ਅਸੀਂ ਕੀ ਬੋਲਦੇ ਆ? ਉਹਦੀ ਸੰਘਣਤਾ ਜਾਂ ਫਿਰ ਕਣਾ। ਠੀਕ ਹੈ, ਜਿਵੇਂ ਐਗਜ਼ਾਮਪਲ ਦੇਖੋ, ਮੰਨ ਲਓ ਤੁਹਾਡੇ ਕੋਲ 1 ਕਿਲੋ ਰੂਈ ਹੈ ਤੇ 1 ਕਿਲੋ ਹੀ ਲੋਹਾ ਹੈ। ਹੁਣ ਜਦੋਂ ਆਪਾਂ ਵਜ਼ਨ ਕਰਦੇ ਆ, ਵਜ਼ਨ ਦੇ ਵਿੱਚ ਤਾਂ ਦੋਨੋਂ ਹੀ ਕੀ ਨੇ? ਬਰਾਬਰ ਨੇ। ਇੱਕ ਰੂਈ ਵੀ ਕਿੰਨੀ ਹੈ? 1 ਕਿਲੋ ਹੀ ਹੈ। ਲੋਹਾ ਵੀ ਕਿੰਨਾ ਹੈ? 1 ਕਿਲੋ ਹੀ ਹੈ। ਪਰ ਜਦੋਂ ਅਸੀਂ ਉਹਨਾਂ ਦੋਹਾਂ ਨੂੰ ਚੱਕਦੇ ਆ ਤਾਂ ਕੀ ਸਾਨੂੰ ਬਰਾਬਰ ਮਹਿਸੂਸ ਹੁੰਦੇ ਨੇ? ਨਹੀਂ, ਸਾਨੂੰ ਉਹ ਬਰਾਬਰ ਮਹਿਸੂਸ ਨਹੀਂ ਹੁੰਦੇ। ਪਰ ਵਜ਼ਨ ਤਾਂ 1 ਕਿਲੋ ਹੀ ਹੈ। ਹੁਣ ਫਰਕ ਕਿੱਥੇ ਆਇਆ? ਠੀਕ ਹੈ, ਤਾਂ ਹੁਣ ਉਹ ਜਿਹੜਾ ਫਰਕ ਹੈ ਉਹ ਫਰਕ ਹੀ ਬੱਚੇ ਸੰਘਣਤਾ ਦਾ ਏ। ਕਿਹਦਾ ਫਰਕ ਹੈ? ਉਹ ਸੰਘਣਤਾ ਦਾ। ਕਿਉਂਕਿ ਜਿਹੜੀ ਰੂਈ ਸੀ ਉਹਦੇ ਕਣ ਜਿਹੜੇ ਸੀ ਉਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਚਿਪਕੇ ਨਹੀਂ ਹੋਏ ਸੀ, ਖਿੰਡੇ ਖਿੰਡੇ ਹੋਏ ਸੀ। ਇਸ ਕਰਕੇ ਉਹ ਕੀ ਲੱਗਦੀ ਹੈ? ਹਲਕੀ ਲੱਗਦੀ ਹੈ। ਪਰ ਜਿਹੜਾ ਲੋਹਾ ਹੈ ਉਹਦੇ ਜਿਹੜੇ ਕਣ ਨੇ ਉਹ ਕੀ ਨੇ? ਬਹੁਤ ਜ਼ਿਆਦਾ ਆਪਸ ਦੇ ਵਿੱਚ ਚਿਪਕੇ ਹੋਏ ਨੇ। ਠੀਕ ਹੈ, ਉਹਦੇ ਅਣੂ ਜਿਹੜੇ ਕਣ ਨੇ ਉਹ ਕੀ ਨੇ? ਬਹੁਤ ਹੀ ਜ਼ਿਆਦਾ ਟਾਈਟਲੀ ਇੱਕ ਦੂਸਰੇ ਦੇ ਵਿੱਚ ਕੀ ਨੇ ਗਿਆ? ਚਿਪਕੇ ਹੋਏ ਨੇ, ਜਿਸ ਕਰਕੇ ਉਹਦੀ ਜਿਹੜੀ ਸੰਘਣਤਾ ਹੈ ਉਹ ਕੀ ਹੈ? ਵੱਧ ਜਾਂਦੀ ਹੈ। ਠੀਕ ਹੈ ਜੀ, ਤੇ ਸਾਨੂੰ ਉਹ 1 ਕਿਲੋ ਲੋਹਾ ਜਿਹੜਾ ਕਿ 1 ਕਿਲੋ ਰੂਈ ਦੇ ਬਰਾਬਰ ਅਸੀਂ ਰੱਖਿਆ ਸੀ ਉਹ ਹੁਣ ਚੱਕਣ ਦੇ ਵਿੱਚ ਕੀ ਲੱਗਦਾ ਏ? ਭਾਰਾ ਮਹਿਸੂਸ ਹੁੰਦਾ ਏ। ਠੀਕ ਹੈ ਜੀ, ਤਾਂ ਸੰਘਣਤਾ ਦਾ ਮਤਲਬ ਸਮਝ ਆ ਗਿਆ। ਤਾਂ ਇਸੇ ਤਰ੍ਹਾਂ ਕਹਿੰਦੇ ਉਹ ਤਾਰਾ ਜਿਹੜਾ ਸੀ ਉਹ ਬਹੁਤ ਹੀ ਘਣਾ ਸੰਘਣਤਾ ਵਾਲਾ ਤਾਰਾ ਸੀ। ਉਹਨੂੰ ਕੋਈ ਨਾ ਕੋਈ ਸ਼ਕਤੀ ਕਹਿੰਦੇ ਆਪਣੇ ਵੱਲ ਖਿੱਚ ਰਹੀ ਸੀ। ਹੁਣ ਮੰਨ ਲਓ ਆ ਕੀ ਹੈ? ਇੱਕ ਤਾਰਾ ਏ। ਠੀਕ ਹੈ, ਹੁਣ ਇਹਨੂੰ ਕੋਈ ਸ਼ਕਤੀ ਆਪਣੇ ਵੱਲ ਕੀ ਹੈ? ਬਹੁਤ ਹੀ ਜ਼ੋਰ ਨਾਲ ਖਿੱਚ ਰਹੀ ਹੈ। ਤਾਂ ਇੱਕ ਨਾ ਇੱਕ ਦਿਨ ਐਸੀ ਸਿਚੁਏਸ਼ਨ ਆਊਗੀ ਕਿ ਇਹ ਕੀ ਹੈ? ਖਿੰਡ ਜਾਏਗਾ। ਜਦੋਂ ਤੁਹਾਨੂੰ ਆਪਣੇ ਵੱਲ ਨੂੰ ਕੋਈ ਖਿੱਚ ਰਿਹਾ ਹੁੰਦਾ ਏ ਤਾਂ ਪੋਸੀਬਿਲਿਟੀ ਹੁੰਦੀ ਹੈ ਨਾ ਕਿ ਤੁਸੀਂ ਉਹਦੇ ਵੱਲ ਨੂੰ ਜਾ ਕੇ ਖਿੰਡ ਜਾਓ, ਹੈ ਨਾ? ਤਾਂ ਉਸੇ ਤਰੀਕੇ ਨਾਲ ਕੀ ਹੈ? ਉਹ ਤਾਰਾ ਜਿਹੜਾ ਸੀ ਸੰਘਣਤਾ ਵਾਲਾ, ਉਹਨੂੰ ਕੋਈ ਸ਼ਕਤੀ ਆਪਣੇ ਅੰਦਰ ਖਿੱਚ ਰਹੀ ਸੀ ਤੇ ਉਹ ਤਾਰਾ ਜਦੋਂ ਉਹਨੇ ਏਦਾਂ ਕਰਕੇ, ਮੰਨ ਲਓ ਆ ਤਾਰਾ, ਆ ਕੋਈ ਸ਼ਕਤੀ ਉਹਨੂੰ ਖਿੱਚ ਰਹੀ ਹੈ, ਜਦੋਂ ਖਿੱਚੂਗੀ ਤਾਂ ਆ ਕੀ ਹੋਏਗਾ? ਅੱਡ ਅੱਡ ਟੁਕੜੇ ਹੋ ਜਾਣਗੇ। ਠੀਕ ਹੈ ਜੀ, ਤਾਂ ਉਸ ਤਾਰੇ ਦੇ ਕੀ ਹੋ ਗਏ? ਅੱਡ ਅੱਡ ਟੁਕੜੇ ਹੋ ਗਏ ਤੇ ਉਹ ਟੁਕੜੇ ਕੀ ਨੇ? ਸਾਰੀ ਜਗ੍ਹਾ ਕੀ ਹੈ? ਫੈਲ ਗਏ। ਇਹ ਕਿੰਨੇ ਟੁਕੜੇ ਹੋਏ ਇਹਦਾ ਕੋਈ ਅੰਦਾਜ਼ਾ ਨਹੀਂ।
ਤਾਂ ਇਹੀ ਉਹ ਛੋਟੇ ਛੋਟੇ ਜਿਹੜੇ ਟੁਕੜੇ ਨੇ ਇਹ ਫੈਲ ਗਏ ਤੇ ਫੈਲ ਕੇ ਕੀ ਬਣ ਗਿਆ ਸਾਡਾ ਬ੍ਰਹਿਮੰਡ ਬਣ ਗਿਆ। ਠੀਕ ਹੈ ਜੀ। ਤਾਂ ਹੁਣ ਅਸੀਂ ਕੀ ਕਹਿ ਸਕਦੇ ਹਾਂ ਕਿ ਬ੍ਰਹਿਮੰਡ ਹੈ ਜਿਹੜਾ ਸਾਡਾ ਉਹ ਕੀ ਹੈ ਬਹੁਤ ਸਾਰੇ ਛੋਟੇ ਛੋਟੇ ਟੁਕੜਿਆਂ ਤੋਂ ਮਿਲ ਕੇ ਬਣਿਆ ਹੈ। ਹੁਣ ਉਹ ਟੁਕੜੇ ਕੀ ਨੇ ਤਾਰੇ ਨੇ ਬੇਸਿਕਲੀ ਕੀ ਨੇ ਉਹ ਤਾਰੇ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਜਿਹੜਾ ਵੱਡਾ ਤਾਰਾ ਸੀਗਾ ਉਹ ਟੁੱਟ ਕੇ ਕੀ ਹੋ ਗਿਆ ਆ ਛੋਟੇ ਛੋਟੇ ਕੀ ਹੈ ਟੁਕੜਿਆਂ ਦੇ ਵਿੱਚ ਟੁੱਟ ਗਿਆ ਔਰ ਇਹ ਇੰਨੇ ਕੁ ਜ਼ਿਆਦਾ ਟੁਕੜੇ ਹੋ ਗਏ ਕਿ ਇਹਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਔਰ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜੀ ਸ਼ਕਤੀ ਹੈ ਉਹ ਅੱਜ ਵੀ ਇਹਨਾਂ ਨੂੰ ਖਿੱਚ ਰਹੀ ਹੈ। ਹੁਣ ਜੋ ਸ਼ਕਤੀ ਅੱਜ ਵੀ ਇਹਨਾਂ ਤਾਰਿਆਂ ਨੂੰ ਖਿੱਚ ਰਹੀ ਹੈ ਤਾਂ ਬ੍ਰਹਿਮੰਡ ਕੀ ਹੈ ਫੈਲ ਰਿਹਾ ਹੈ। ਤਾਂ ਜੇ ਪੇਪਰ ਦੇ ਵਿੱਚ ਸਵਾਲ ਆਵੇ ਕਿ ਬ੍ਰਹਿਮੰਡ ਅੱਜ ਵੀ ਫੈਲ ਰਿਹਾ ਹੈ ਤਾਂ ਜੀ ਹਾਂ ਬਿਲਕੁਲ ਬ੍ਰਹਿਮੰਡ ਅੱਜ ਵੀ ਫੈਲ ਰਿਹਾ ਹੈ। ਔਰ ਸਵਾਲ ਆ ਜਾਏ ਕਿ ਬ੍ਰਹਿਮੰਡ ਕਿੰਨਾ ਵੱਡਾ ਹੈ ਤਾਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਬ੍ਰਹਿਮੰਡ ਕਿੰਨਾ ਵੱਡਾ ਹੈ। ਠੀਕ ਹੈ ਜੀ। ਕਿਉਂਕਿ ਉਹ ਤਾਰਾ ਹੀ ਇੰਨੀ ਸੰਘਣਤਾ ਵਾਲਾ ਸੀ ਕਿ ਉਹਦਾ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਿਆ ਕਿ ਉਸਦੇ ਕਿੰਨੇ ਟੁਕੜੇ ਹੋ ਗਏ। ਠੀਕ ਹੈ ਜੀ। ਆਪਾਂ ਕਹਿ ਸਕਦੇ ਹਾਂ ਅਣਗਿਣਤ ਟੁਕੜਿਆਂ ਦੇ ਵਿੱਚ ਉਹ ਕੀ ਹੈ ਟੁੱਟ ਗਿਆ। ਕਲੀਅਰ। ਤਾਂ ਇਹ ਸਾਡਾ ਸਾਰਾ ਕੀ ਹੋ ਗਿਆ ਬ੍ਰਹਿਮੰਡ ਹੋ ਗਿਆ ਜਿਹਦੇ ਵਿੱਚ ਕੀ ਨੇ ਛੋਟੇ ਛੋਟੇ ਕੀ ਨੇ ਟੁਕੜਿਆਂ ਦੇ ਵਿੱਚੋਂ ਵੱਡਾ ਜਿਹੜਾ ਟੁਕੜਾ ਸੀ ਉਹ ਟੁੱਟ ਗਿਆ ਤੇ ਬ੍ਰਹਿਮੰਡ ਦੀ ਉਤਪਤੀ ਹੋ ਗਈ। ਠੀਕ ਹੈ ਜੀ। ਹੁਣ ਅਸੀਂ ਇਹਨਾਂ ਬ੍ਰਹਿਮੰਡ ਦੇ ਬਾਰੇ ਚ ਦੇਖਦੇ ਹਾਂ ਕਿ ਇਸ ਦੇ ਵਿੱਚ ਹੋਰ ਕੀ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਠੀਕ ਹੈ ਜੀ। ਤਾਂ ਹੁਣ ਇਹ ਗੱਲ ਸਮਝ ਆ ਗਈ ਕਿ ਬ੍ਰਹਿਮੰਡ ਦੀ ਉਤਪਤੀ ਹੋਈ ਕਿਵੇਂ। ਠੀਕ ਹੈ। ਤਾਂ ਜਦੋਂ ਹੁਣ ਬ੍ਰਹਿਮੰਡ ਸਾਡੇ ਕੋਲ ਕੀ ਹੈ ਬਣ ਗਿਆ ਤਾਂ ਬਣ ਗਿਆ ਹੁਣ ਇਹਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਕੀ ਨੇ ਤਾਰੇ ਵੀ ਨੇ ਤੇ ਬਹੁਤ ਸਾਰੇ ਕੀ ਨੇ ਗ੍ਰਹਿ ਨੇ। ਕੁਛ ਇਹਦੇ ਵਿੱਚ ਕੀ ਨੇ ਛੋਟੇ ਗ੍ਰਹਿ ਨੇ ਤੇ ਕੁਛ ਇਹਦੇ ਵਿੱਚ ਕੀ ਹੈ ਉਲਕਾ ਪਿੰਡ ਨੇ। ਤਾਂ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਕੀ ਹੈ ਮਿਲਾ ਕੇ ਇਹ ਕੀ ਬਣ ਗਿਆ ਬੱਚੇ ਬ੍ਰਹਿਮੰਡ। ਠੀਕ ਹੈ। ਹੁਣ ਇਹਨਾਂ ਵਿੱਚੋਂ ਕੁਛ ਜਿਹੜੇ ਚੀਜ਼ਾਂ ਨੇ ਚਮਕਦੇ ਨੇ ਜਿਹੜੇ ਤਾਂ ਚਮਕਦੇ ਹੁੰਦੇ ਨੇ ਉਹ ਕੀ ਹੁੰਦੇ ਨੇ ਤਾਰੇ ਹੁੰਦੇ ਨੇ ਤੇ ਜਿਹੜੇ ਚਮਕਦੇ ਨਹੀਂ ਉਹ ਕੀ ਹੁੰਦੇ ਨੇ ਗ੍ਰਹਿ ਹੁੰਦੇ ਨੇ। ਠੀਕ ਹੈ। ਉਹ ਕੀ ਹੁੰਦੇ ਨੇ ਗ੍ਰਹਿ ਹੁੰਦੇ ਨੇ। ਇਹਨਾਂ ਤੋਂ ਬਿਨਾਂ ਸਾਡੇ ਕੋਲ ਹੋਰ ਕੀ ਨੇ ਛੋਟੇ ਗ੍ਰਹਿ ਵੀ ਨੇ ਜਿਹੜੇ ਵੀ ਬਹੁਤ ਹੀ ਛੋਟੇ ਨੇ। ਹੋਰ ਕੀ ਨੇ ਸਾਡੇ ਕੋਲ ਇੱਥੇ ਕੁਝ ਉਪਗ੍ਰਹਿ ਵੀ ਨੇ। ਠੀਕ ਹੈ। ਹੋਰ ਕੀ ਹੈ ਸਾਡੇ ਕੋਲ ਉਲਕਾ ਵੀ ਹੈ। ਠੀਕ ਹੈ। ਹੋਰ ਕੀ ਹੈ ਸਾਡੇ ਕੋਲ ਧੂੜ ਕਣ ਵੀ ਨੇ। ਹੋਰ ਇੱਥੇ ਸਾਡੇ ਕੋਲ ਕੀ ਹੈ ਗੈਸਾਂ ਨੇ। ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਸੀਂ ਕੀ ਕਹਿ ਸਕਦੇ ਹਾਂ ਬ੍ਰਹਿਮੰਡ। ਠੀਕ ਹੈ ਜੀ। ਤਾਂ ਇਸ ਡਾਇਗਰਾਮ ਨੂੰ ਯਾਦ ਰੱਖਣਾ ਹੈ ਕਿ ਕੰਬੀਨੇਸ਼ਨ ਆਫ ਆਲ ਥਿੰਗਸ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਜੋੜ ਹੈ ਉਹੀ ਕੀ ਹੈ ਸਾਡਾ ਬ੍ਰਹਿਮੰਡ। ਠੀਕ ਹੈ ਜੀ। ਹੁਣ ਜੇ ਸਵਾਲ ਆਵੇ ਕਿ ਬ੍ਰਹਿਮੰਡ ਕੀ ਹੈ ਤਾਂ ਅਸੀਂ ਕੀ ਸਮਝ ਸਕਦੇ ਹਾਂ ਕਿ ਤਾਰੇ ਗ੍ਰਹਿ ਛੋਟੇ ਗ੍ਰਹਿ ਉਪਗ੍ਰਹਿ ਉਲਕਾ ਧੂੜ ਕਣ ਤੇ ਗੈਸਾਂ ਦੀ ਮੌਜੂਦਗੀ ਨੂੰ ਹੀ ਅਸੀਂ ਕੀ ਬੋਲਦੇ ਹਾਂ ਇਹਨਾਂ ਦੇ ਸਮੂਹ ਨੂੰ ਹੀ ਕੀ ਕਿਹਾ ਜਾਂਦਾ ਹੈ ਬ੍ਰਹਿਮੰਡ ਕਿਹਾ ਜਾਂਦਾ ਹੈ। ਕਲੀਅਰ ਹੈ ਜੀ। ਠੀਕ ਹੈ। ਤਾਂ ਹੁਣ ਬ੍ਰਹਿਮੰਡ ਸਮਝ ਆ ਗਿਆ। ਬ੍ਰਹਿਮੰਡ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਕੀ ਬਣਾਤਾ ਇੱਕ ਸਮੂਹ ਯਾਨੀ ਕਿ ਇੱਕ ਕੀ ਬਣਾਤਾ ਇਕੱਠ। ਇਸ ਇਕੱਠ ਨੂੰ ਹੀ ਕੀ ਕਿਹਾ ਗਿਆ ਬ੍ਰਹਿਮੰਡ ਕਿਹਾ ਗਿਆ। ਠੀਕ ਹੈ। ਬ੍ਰਹਿਮੰਡ ਦੀ ਉਤਪਤੀ ਕਿੱਥੋਂ ਹੋਈ ਇੱਕ ਬਹੁਤ ਸੰਘਣੇ ਤਾਰੇ ਤੋਂ ਹੋਈ ਜਿਹਨੂੰ ਕੋਈ ਸ਼ਕਤੀ ਖਿੱਚ ਰਹੀ ਸੀ। ਫਿਰ ਉਹ ਇਹਨਾਂ ਚੀਜ਼ਾਂ ਦੇ ਵਿੱਚ ਟੁੱਟ ਗਿਆ ਧੀਰੇ ਕਰਕੇ ਇਹ ਚੀਜ਼ਾਂ ਬਣਦੀਆਂ ਗਈਆਂ ਤੇ ਸ਼ਕਤੀ ਅੱਜ ਵੀ ਖਿੱਚ ਰਹੀ ਹੈ ਯਾਨੀ ਕਿ ਬ੍ਰਹਿਮੰਡ ਅੱਜ ਵੀ ਫੈਲ ਰਿਹਾ ਹੈ। ਤਾਂ ਇਹਨਾਂ ਚੀਜ਼ਾਂ ਦੇ ਇਕੱਠ ਨੂੰ ਹੀ ਕੀ ਕਿਹਾ ਗਿਆ ਬ੍ਰਹਿਮੰਡ ਕਿਹਾ ਗਿਆ। ਠੀਕ ਹੈ ਜੀ। ਕਲੀਅਰ ਹੈ। ਤਾਂ ਹੁਣ ਸਵਾਲ ਆਂਦਾ ਕਿ ਖਗੋਲ ਕੀ ਹੈ। ਤਾਂ ਖਗੋਲ ਕੀ ਹੈ ਜਿਹੜਾ ਇਹ ਸਾਡਾ ਉੱਪਰ ਦੇਖਦੇ ਹਾਂ ਅਸੀਂ ਕੀ ਦੇਖਦੇ ਹਾਂ ਖੁੱਲੀ ਛੱਤ ਦੇ ਵਿੱਚ ਆਕਾਸ਼। ਤਾਂ ਇਹ ਜਿਹੜਾ ਆਕਾਸ਼ ਹੈ ਇਸ ਆਕਾਸ਼ ਦੇ ਵਿੱਚ ਆਕਾਸ਼ ਕਹਿ ਲਓ ਇਸੇ ਨੂੰ ਹੀ ਅਸੀਂ ਕੀ ਕਹਿ ਦਿੰਦੇ ਹਾਂ ਖਗੋਲ ਕਹਿ ਦਿੰਦੇ ਹਾਂ ਤੇ ਇਸੇ ਨੂੰ ਹੀ ਅਸੀਂ ਕੀ ਕਹਿੰਦੇ ਹਾਂ ਪੁਲਾੜ ਵੀ ਕਹਿੰਦੇ ਹਾਂ। ਠੀਕ ਹੈ ਜੀ। ਤਾਂ ਜਦੋਂ ਕੋਈ ਬੰਦਾ ਇੱਥੇ ਪਹੁੰਚ ਗਿਆ ਕਿਸੇ ਇੱਕ ਤਾਰੇ ਦੇ ਕੋਲ ਜਾਂ ਕਿਸੇ ਇੱਕ ਗ੍ਰਹਿ ਦੇ ਉੱਪਰ ਕੋਈ ਪਹੁੰਚ ਜਾਂਦਾ ਹੈ ਤਾਂ ਉਹਦਾ ਮਤਲਬ ਕੀ ਹੈ ਉਹ ਕਿੱਥੇ ਪਹੁੰਚ ਗਿਆ ਖਗੋਲ ਦੇ ਵਿੱਚ ਪਹੁੰਚ ਗਿਆ। ਤਾਂ ਕੀ ਹੈ ਉਹ ਖਗੋਲ ਦੇ ਵਿੱਚ
ਪਹੁੰਚ ਗਿਆ ਜਾਂ ਫਿਰ ਪੁਲਾੜ ਦੇ ਵਿੱਚ ਪਹੁੰਚ ਗਿਆ ਜਾਂ ਫਿਰ ਆਕਾਸ਼ ਕਹਿ ਦਿੰਨੇ ਆਪਾਂ, ਠੀਕ ਹੈ ਜੀ। ਤਾਂ ਉਹ ਕੀ ਹੈ, ਪੁਲਾੜ, ਖਗੋਲ ਜਾਂ ਫਿਰ ਆਕਾਸ਼ ਕਹਿ ਸਕਦੇ ਹਾਂ। ਤਾਂ ਹੁਣ ਜਦੋਂ ਅਸੀਂ ਇਹਨੂੰ ਸਾਰਿਆਂ ਨੂੰ ਕੀ ਬੋਲਦੇ ਆ, ਅਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਕੀ ਬੋਲਦੇ ਆ, ਖਗੋਲ ਬੋਲਦੇ ਆ। ਤਾਂ ਇਹਨਾਂ ਦੇ ਵਿੱਚ ਛੋਟੇ ਛੋਟੇ ਕੀ ਹੋ ਗਏ, ਸਾਡੇ ਪਿੰਡ ਹੋ ਗਏ। ਕੀ ਨੇ ਇਹ, ਪਿੰਡ। ਇਹਨਾਂ ਨੂੰ ਅਸੀਂ ਕੀ ਬੋਲਦੇ ਆ, ਖਗੋਲ ਪਿੰਡ। ਤਾਂ ਹੁਣ ਇਹ ਖਗੋਲ ਦੇ ਵਿੱਚ ਛੋਟੇ ਛੋਟੇ ਕੀ ਨੇ, ਇੱਕ ਪਿੰਡਾਂ ਦੀ ਤਰ੍ਹਾਂ ਹੋ ਗਏ। ਜਿਵੇਂ ਸਾਡੇ ਸ਼ਹਿਰ ਦੇ ਵਿੱਚ ਛੋਟੇ ਛੋਟੇ ਕੀ ਹੁੰਦੇ ਨੇ, ਪਿੰਡ ਹੁੰਦੇ ਨੇ। ਤਾਂ ਅਸੀਂ ਕਹਿ ਦਿੰਦੇ ਆ ਨਾ, ਉਸ ਸ਼ਹਿਰ ਦੇ ਨਾਲ ਕੀ ਲੱਗਦਾ, ਉਹ ਵਾਲਾ ਪਿੰਡ ਲੱਗਦਾ। ਸੇਮ ਇਹੀ ਕੀ ਹੋ ਗਏ, ਤਾਂ ਇਹ ਖਗੋਲ ਹੈ ਸਾਡਾ। ਤਾਂ ਖਗੋਲ ਦੇ ਵਿੱਚ ਛੋਟੇ ਛੋਟੇ ਕੀ ਨੇ, ਪਿੰਡ ਨੇ। ਤਾਂ ਇਹਨਾਂ ਨੂੰ ਅਸੀਂ ਕੀ ਕਹਾਂਗੇ, ਖਗੋਲ ਪਿੰਡ। ਕਲੀਅਰ ਹੈ। ਤਾਂ ਖਗੋਲ ਦੇ ਵਿੱਚ ਮਿਲਣ ਵਾਲੇ ਤਾਰੇ, ਗ੍ਰਹਿ, ਉਪਗ੍ਰਹਿ, ਇਹਨਾਂ ਸਾਰਿਆਂ ਨੂੰ ਅਸੀਂ ਕੀ ਬੋਲਦੇ ਆ, ਖਗੋਲ ਪਿੰਡ। ਠੀਕ ਹੈ ਜੀ। ਤਾਂ ਖਗੋਲ ਪਿੰਡ ਸਮਝ ਆ ਗਿਆ ਕੀ ਹੈ, ਕਲੀਅਰ ਹੈ। ਪਹਿਲਾ ਬ੍ਰਹਿਮੰਡ ਪਤਾ ਲੱਗ ਗਿਆ ਕੀ ਹੈ, ਇਸੇ ਨੂੰ ਹੀ ਅਸੀਂ ਕੀ ਕਹਿ ਦਿੰਦੇ ਆ, ਪੁਲਾੜ ਵੀ ਕਹਿ ਦਿੰਦੇ ਆ ਜਾਂ ਫਿਰ ਖਗੋਲ ਵੀ ਕਹਿ ਦਿੰਦੇ ਆ। ਠੀਕ ਹੈ ਜੀ। ਤਾਂ ਹੁਣ ਖਗੋਲ ਦੇ ਵਿੱਚ ਜਿਹੜੇ ਮਿਲਣ ਵਾਲੀਆਂ ਇਹ ਚੀਜ਼ਾਂ ਨੇ, ਖਗੋਲ ਦੇ ਵਿੱਚ ਹੁਣ ਸਾਨੂੰ ਕੀ ਕੀ ਮਿਲ ਰਿਹਾ, ਗ੍ਰਹਿ, ਉਪਗ੍ਰਹਿ, ਉਲਕਾ। ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਖਗੋਲ ਪਿੰਡ। ਤਾਂ ਖਗੋਲ ਦੇ ਵਿੱਚ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਅਸੀਂ ਬੋਡੀਜ਼ ਬੋਲਦੇ ਆ। ਵੈਸੇ ਕੀ ਬੋਲਦੇ ਆ ਅਸੀਂ, ਖਗੋਲ ਪਿੰਡ। ਤਾਂ ਖਗੋਲ ਦੇ ਵਿੱਚ ਮਿਲਣ ਵਾਲੀਆਂ ਸਾਰੀਆਂ ਚੀਜ਼ਾਂ ਕੀ ਕਹਿਲਾਣਗੀਆਂ, ਖਗੋਲ ਪਿੰਡ। ਠੀਕ ਹੈ ਜੀ। ਤਾਂ ਹੁਣ ਇਹਨਾਂ ਪਿੰਡਾਂ ਦੇ ਉੱਪਰ ਕੋਈ ਨਾ ਕੋਈ ਤਾਂ ਜਾਂਦਾ ਵੀ ਹੋਏਗਾ। ਖਗੋਲ ਪਿੰਡ ਦੇ ਉੱਪਰ ਕੋਈ ਨਾ ਕੋਈ, ਇੰਨੇ ਸਾਰੇ ਗ੍ਰਹਿ ਆ। ਹੁਣ ਅਸੀਂ ਪੜ੍ਹਿਆ ਸੀ ਪਿੱਛੇ ਜੇ ਮੰਗਲ ਗ੍ਰਹਿ ਦੇ ਉੱਪਰ ਕੋਈ ਖੋਜ ਕਰਨ ਲਈ ਵਿਗਿਆਨੀ ਗਿਆ। ਠੀਕ ਹੈ। ਤਾਂ ਹੁਣ ਕੁਝ ਵਿਗਿਆਨੀ ਕੀ ਨੇ, ਖੋਜ ਕਰਨ ਲਈ ਇਹਨਾਂ ਪਿੰਡਾਂ ਦੇ ਉੱਪਰ ਜਾਂਦੇ ਨੇ। ਠੀਕ ਹੈ ਜੀ। ਤਾਂ ਜਿਹੜੇ ਵਿਗਿਆਨੀ ਖਗੋਲ ਪਿੰਡਾਂ ਦੇ ਉੱਪਰ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਖਗੋਲ ਵਿਗਿਆਨੀ। ਠੀਕ ਹੈ ਜੀ। ਤਾਂ ਖਗੋਲੀ ਪਿੰਡਾਂ ਦੇ ਉੱਪਰ ਜਿਹੜੇ ਵਿਗਿਆਨੀ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਖਗੋਲ ਵਿਗਿਆਨੀ। ਠੀਕ ਹੈ ਜੀ। ਤਾਂ ਪਤਾ ਚੱਲ ਗਿਆ, ਜੇ ਪੇਪਰ ਦੇ ਵਿੱਚ ਸਵਾਲ ਆਵੇ ਕਿ ਖਗੋਲ ਵਿਗਿਆਨੀ ਨੇ ਜਿਹੜੇ ਉਹ ਕੀ ਕਰਦੇ ਨੇ, ਖਗੋਲ ਵਿਗਿਆਨੀ ਕੀ ਕਰਦੇ ਨੇ, ਖਗੋਲ ਪਿੰਡਾਂ ਦੀ ਰਿਸਰਚ ਕਰਦੇ ਨੇ। ਖਗੋਲ ਵਿਗਿਆਨੀਆਂ ਦਾ ਕੀ ਕੰਮ ਹੈ, ਉਹ ਖਗੋਲ ਪਿੰਡਾਂ ਤੇ ਜਾ ਕੇ ਕੀ ਹੈ, ਅੱਡ ਅੱਡ ਖੋਜ ਕਰਦੇ ਨੇ ਕਿ ਉੱਥੇ ਕੋਈ ਉੱਥੇ ਪਾਣੀ ਹੈ, ਉੱਥੇ ਕਿਹੜੀਆਂ ਗੈਸਾਂ ਨੇ, ਉੱਥੇ ਕਿਹੜੀ ਧਾਤੂ ਮਿਲਦੀ ਹੈ। ਠੀਕ ਹੈ ਨਾ। ਤਾਂ ਹੁਣ ਜੇ ਸਾਨੂੰ ਯੂਰੇਨੀਅਮ ਮਿਲ ਜੇ ਕਿਸੇ ਖਗੋਲ ਪਿੰਡ ਦੇ ਉੱਪਰ, ਫਿਰ ਤਾਂ ਬੱਲੇ ਬੱਲੇ ਹੋ ਗਈ, ਬਹੁਤ ਹੀ ਮਹਿੰਗੀ ਧਾਤੂ ਹੈ। ਠੀਕ ਹੈ ਜੀ। ਤਾਂ ਇਹ ਚੀਜ਼ਾਂ ਕਲੀਅਰ ਹੋ ਗਈਆਂ। ਬ੍ਰਹਿਮੰਡ ਕੀ ਹੈ, ਜਦੋਂ ਅਸੀਂ ਆਸਮਾਨ ਨਾਲ ਉੱਪਰ ਨੂੰ ਮੂੰਹ ਕਰਕੇ ਦੇਖਦੇ ਹਾਂ ਤਾਂ ਜਿੰਨਾ ਵੀ ਕੁਝ ਸਾਨੂੰ ਨਜ਼ਰ ਆ ਰਿਹਾ ਉਸੇ ਦੇ ਇਕੱਠ ਨੂੰ ਅਸੀਂ ਕੀ ਬੋਲਦੇ ਹਾਂ, ਬ੍ਰਹਿਮੰਡ ਬੋਲਦੇ ਹਾਂ। ਬ੍ਰਹਿਮੰਡ ਕਿੰਨਾ ਵੱਡਾ ਹੈ ਇਹਦਾ ਕੋਈ ਪਤਾ ਨਹੀਂ ਹੈ। ਠੀਕ ਹੈ ਜੀ। ਤਾਂ ਆਕਾਸ਼ ਨੂੰ ਹੀ ਹੋਰ ਅਸੀਂ ਕੀ ਕਹਾਂਗੇ, ਖਗੋਲ ਜਾਂ ਫਿਰ ਪੁਲਾੜ। ਠੀਕ ਹੈ। ਜਿੰਨਾ ਸਾਨੂੰ ਨਜ਼ਰ ਆ ਰਿਹਾ ਹੈ ਕੀ ਹੈ, ਪੁਲਾੜ ਹੈ। ਤੇ ਇਹਨਾਂ ਦੇ ਵਿੱਚ ਆ ਜਿਹੜੇ ਚੀਜ਼ਾਂ ਨੇ, ਗ੍ਰਹਿ, ਉਪਗ੍ਰਹਿ, ਸਾਰੇ ਸਮੂਹ ਨੇ ਜਿਹੜੇ, ਇਹਨਾਂ ਨੂੰ ਅਸੀਂ ਕੀ ਬੋਲਦੇ ਆ, ਪਿੰਡ। ਕਿਹੜੇ ਪਿੰਡ ਹੋ ਗਏ, ਖਗੋਲ ਦੇ ਵਿੱਚ ਮਿਲਦੇ ਨੇ ਤਾਂ ਕਿਹੜੇ ਪਿੰਡ ਹੋ ਗਏ, ਖਗੋਲੀਏ ਪਿੰਡ ਜਾਂ ਖਗੋਲ ਪਿੰਡ। ਹੁਣ ਇਹਨਾਂ ਪਿੰਡਾਂ ਦੇ ਉੱਪਰ ਕੁਝ ਵਿਗਿਆਨੀ ਸਰਚ ਕਰਨ ਲਈ ਜਾਂਦੇ ਨੇ, ਖੋਜ ਕਰਨ ਲਈ ਜਾਂਦੇ ਨੇ। ਤਾਂ ਉਹਨਾਂ ਵਿਗਿਆਨੀਆਂ ਨੂੰ ਅਸੀਂ ਕੀ ਕਹਿੰਦੇ ਹਾਂ, ਖਗੋਲ ਵਿਗਿਆਨੀ। ਠੀਕ ਹੈ ਜੀ। ਕਿਹੜੇ ਵਿਗਿਆਨੀ, ਖਗੋਲ ਵਿਗਿਆਨੀ। ਤਾਂ ਕੀ ਤੁਸੀਂ ਮੈਨੂੰ ਕੋਈ ਕਿਸੇ ਖਗੋਲ ਵਿਗਿਆਨੀ ਦਾ ਨਾਮ ਦੱਸ ਸਕਦੇ ਹੋ ਜਿਹੜਾ ਕਿ ਜਾਂਦਾ ਹੋਵੇ ਇੱਥੇ ਜਾਂ ਗਿਆ ਹੋਵੇ ਪਹਿਲਾਂ, ਦੱਸ ਸਕਦੇ ਹੋ? ਸਾਡੀ ਇੱਕ ਆਪਣੀ ਭਾਰਤ ਦੀ ਵੀ ਕੁੜੀ ਹੈ, ਭਾਰਤ ਦੀ ਇੱਕ ਕੁੜੀ ਸੀ ਜੋ ਕਿ ਅਮਰੀਕਾ ਵਿੱਚ ਕੰਮ ਕਰਦੀ ਸੀ। ਕਿਹੜੀ ਸੀ ਉਹ ਖਗੋਲ ਵਿਗਿਆਨੀ, ਕਲਪਨਾ ਚਾਵਲਾ। ਕਲਪਨਾ ਚਾਵਲਾ। ਹੁਣ ਇਹਦੀ ਕੀ ਹੈ, ਮ੍ਰਿਤੂ ਹੋ ਚੁੱਕੀ ਹੈ। ਇਹ ਵੀ ਕੀ ਸੀਗੀ, ਭਾਰਤ ਦੀ ਹੀ ਧੀ ਸੀ ਜਿਹੜੀ ਕਿ ਖਗੋਲ ਵਿਗਿਆਨੀ ਸੀ ਤੇ ਇਹ ਅਮਰੀਕਾ ਦੇ ਵਿੱਚ ਕੰਮ ਕਰਦੀ ਸੀ। ਤਾਂ ਇਹ ਯਾਦ ਰੱਖਣਾ ਹੈ, ਅਮਰੀਕਾ ਦੇ ਵਿੱਚ ਕੰਮ ਕਰਨ ਵਾਲੀ ਭਾਰਤ ਦੀ ਧੀ ਕਿਹੜੀ ਸੀ, ਜਿਹੜੀ ਖਗੋਲ ਵਿਗਿਆਨੀ ਸੀ, ਕਲਪਨਾ ਚਾਵਲਾ। ਠੀਕ ਹੈ। ਤਾਂ ਯਾਦ ਰੱਖਣਾ ਹੈ ਇਹਦਾ ਨਾਮ, ਕਲਪਨਾ ਚਾਵਲਾ। ਕਲੀਅਰ ਹੈ। ਤਾਂ ਇੰਨੀਆਂ ਗੱਲਾਂ ਦਾ ਸਾਨੂੰ ਪਤਾ ਲੱਗ ਗਿਆ। ਠੀਕ। ਹੁਣ ਇਹ ਦੇਖੋ, ਜਿਹੜੇ ਬ੍ਰਹਿਮੰਡ ਦੇ ਵਿੱਚ ਸਾਡੇ ਖਗੋਲ ਪਿੰਡ ਨੇ, ਠੀਕ ਹੈ, ਇਹ ਕੁਛ ਤਾਂ ਐਸੇ ਨੇ ਜਿਹੜੇ ਚਮਕਦੇ ਨੇ ਤੇ ਕੁਛ ਐਸੇ ਨੇ ਜਿਹੜੇ ਨਹੀਂ ਚਮਕਦੇ। ਪਰ ਜਦੋਂ ਅਸੀਂ ਦੇਖਦੇ ਹਾਂ ਆਸਮਾਨ ਦੇ ਵਿੱਚ, ਸਾਨੂੰ ਸਾਰੀਆਂ ਹੀ ਚੀਜ਼ਾਂ ਕੀ ਨੇ, ਚਮਕਦੀਆਂ ਹੋਈਆਂ ਦਿਖਦੀਆਂ ਨੇ। ਹੁਣ ਅਜਿਹਾ ਕਿਉਂ ਹੁੰਦਾ ਏ, ਇਸ ਗੱਲ ਨੂੰ ਸਮਝਣਾ ਧਿਆਨ ਨਾਲ। ਦੇਖੋ, ਜਿਹੜੇ ਤਾਂ ਚੀਜ਼ਾਂ ਚਮਕਦੀਆਂ ਨੇ, ਯਾਨੀ ਕਿ ਚਮਕ ਕਦੋਂ ਹੋਊਗੀ, ਜਦੋਂ ਉਹਨਾਂ ਦੇ ਕੋਲ ਆਪਣੀ ਕੋਈ
ਹੀਟ ਤੇ ਲਾਈਟ ਹੋਏਗੀ। ਜਦੋਂ ਉਹਦੇ ਕੋਲ ਆਪਣੀ ਹੀਟ ਦਾ ਮਤਲਬ ਆਪਣੀ ਕੋਈ ਊਰਜਾ ਤੇ ਆਪਣੀ ਕੋਈ ਰੋਸ਼ਨੀ ਹੋਏਗੀ, ਜਦ ਹੀ ਉਹ ਚੀਜ਼ ਕੀ ਹੈ, ਚਮਕਦੀ ਹੋਈ ਨਜ਼ਰ ਆਏਗੀ। ਅੱਗ ਦੇ ਜਿਹੜੇ ਪਤੰਗੇ ਨੇ ਉਹ ਸਾਨੂੰ ਦਿਖਦੇ ਨੇ ਚਮਕਦੇ ਹੋਏ, ਕਿਉਂ? ਕਿਉਂਕਿ ਉਹਦੇ ਕੋਲ ਆਪਣੀ ਤਾਂ ਕੀ ਹੈ, ਊਰਜਾ ਹੈ ਤੇ ਆਪਣੀ ਹੀ ਰੋਸ਼ਨੀ ਹੈ, ਇਸ ਕਰਕੇ ਸਾਨੂੰ ਉਹ ਪਤੰਗੇ ਕੀ ਨੇ, ਚਮਕਦੇ ਹੋਏ ਦਿਖਦੇ ਨੇ। ਸੇਮ ਇਸੇ ਤਰ੍ਹਾਂ ਜਿਹੜੀ ਚੀਜ਼ ਦੇ ਕੋਲ ਆਪਣੀ ਊਰਜਾ ਤੇ ਆਪਣੀ ਰੋਸ਼ਨੀ ਹੈ, ਉਹ ਸਾਨੂੰ ਕੀ ਹੈ, ਚਮਕਦੀ ਹੋਈ ਨਜ਼ਰ ਆਏਗੀ। ਤੇ ਉਹ ਚਮਕਦੇ ਹੋਏ ਪਿੰਡਾਂ ਨੂੰ ਹੀ ਅਸੀਂ ਕੀ ਬੋਲਦੇ ਹਾਂ, ਤਾਰੇ। ਠੀਕ ਹੈ ਜੀ, ਤਾਂ ਯਾਦ ਰੱਖਣਾ, ਜਿਹਦੀ ਆਪਣੀ ਕੋਈ ਊਰਜਾ ਤੇ ਆਪਣੀ ਕੋਈ ਰੋਸ਼ਨੀ ਹੋਏਗੀ, ਉਹੀ ਕੀ ਕਹਿਲਾਣਗੇ, ਤਾਰੇ। ਠੀਕ ਹੈ, ਤੇ ਜਿਹਦੇ ਕੋਲ ਆਪਣੀ ਨਾ ਤਾਂ ਕੋਈ ਰੋਸ਼ਨੀ ਹੈ ਤੇ ਨਾ ਹੀ ਕੋਈ ਊਰਜਾ ਹੈ, ਤੇ ਜਿਹਦੇ ਕੋਲ ਆਪਣੀ ਕੋਈ ਨਾ ਊਰਜਾ ਹੋਵੇ ਤੇ ਨਾ ਰੋਸ਼ਨੀ ਹੋਵੇ, ਉਹ ਕੀ ਹੋਣਗੇ, ਉਹ ਤਾਰੇ ਤਾਂ ਨਹੀਂ ਹੋ ਸਕਦੇ। ਠੀਕ ਹੈ, ਤਾਂ ਉਹ ਕੀ ਨੇ, ਗ੍ਰਹਿ ਹੋ ਸਕਦੇ ਨੇ, ਛੋਟੇ ਗ੍ਰਹਿ ਹੋ ਸਕਦੇ ਨੇ, ਉਪਗ੍ਰਹਿ ਹੋ ਸਕਦੇ ਨੇ। ਠੀਕ ਹੈ ਜੀ, ਪਰ ਸਵਾਲ ਹੈ ਕਿ ਇਹ ਵੀ ਸਾਨੂੰ ਚਮਕਦੇ ਹੋਏ ਕਿਉਂ ਦਿਖਾਈ ਦਿੰਦੇ ਨੇ? ਇਹ ਸਾਨੂੰ ਕਈ ਵਾਰ ਹੁੰਦਾ ਕਿ ਜਿਹੜੇ ਤਾਰੇ ਨੇ ਚਮਕਦੇ ਹੋਏ, ਇਹਨਾਂ ਦੀ ਰੋਸ਼ਨੀ ਦੂਸਰੇ ਗ੍ਰਹਿਾਂ ਦੇ ਉੱਪਰ ਜਦੋਂ ਪੈਂਦੀ ਹੈ ਤਾਂ ਇਹ ਸਾਨੂੰ ਕੀ ਹੈ, ਚਮਕਦੇ ਹੋਏ ਨਜ਼ਰ ਆਉਂਦੇ ਨੇ, ਪਰ ਵਾਸਤਵਿਕ ਰੂਪ ਦੇ ਵਿੱਚ ਇਹਨਾਂ ਦੇ ਕੋਲ ਆਪਣੀ ਕੋਈ ਵੀ ਰੋਸ਼ਨੀ ਨਹੀਂ ਹੁੰਦੀ। ਠੀਕ ਹੈ ਜੀ, ਤਾਂ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ ਤੇ ਇਸ ਨੂੰ ਤੁਸੀਂ ਦੁਬਾਰਾ ਰਿਪੀਟ ਕਰਕੇ ਜ਼ਰੂਰ ਦੇਖਣਾ ਹੈ। ਤੇ ਜੇ ਕੋਈ ਵੀ ਚੀਜ਼ ਤੁਹਾਨੂੰ ਨਾ ਸਮਝ ਆਵੇ, ਮੈਨੂੰ ਕਮੈਂਟ ਕਰਕੇ ਪੁੱਛ ਲੈਣਾ ਹੈ ਕਿ ਮੈਡਮ ਇਹ ਚੀਜ਼ ਕਿਸ ਤਰ੍ਹਾਂ ਹੈ। ਕਲੀਅਰ ਹੈ? ਤਾਂ ਬ੍ਰਹਿਮੰਡ ਦੇ ਬਾਰੇ ਚ ਪਤਾ ਚੱਲ ਗਿਆ ਸਾਰੀਆਂ ਗੱਲਾਂ। ਬ੍ਰਹਿਮੰਡ ਇੰਨਾ ਵੱਡਾ ਹੈ, ਕੀ ਕਹਿ ਰਹੇ ਹੋ? ਅੱਛਾ, ਹਾਂ, ਉਹੀ ਬੱਚੇ ਦੱਸ ਰਹੀ ਹਾਂ ਕਿ ਜਿਹੜਾ ਬ੍ਰਹਿਮੰਡ ਹੈ ਇਹ ਇੰਨਾ ਵੱਡਾ ਹੈ ਕਿ ਇਹਦਾ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਦੇਖੋ ਕਿਉਂ? ਇੱਕ ਤਾਂ ਇਹ ਪਹਿਲਾਂ ਹੀ ਇੰਨਾ ਵੱਡਾ ਹੈ, ਪਹਿਲੀ ਗੱਲ ਤਾਂ ਇਹ ਜਿਹੜੇ ਉਹ ਤਾਰੇ ਤੋਂ ਬਣਿਆ, ਸਾਨੂੰ ਉਹਦੀ ਸੰਘਣਤਾ ਪਤਾ ਹੀ ਨਹੀਂ ਸੀ ਕਿ ਉਹ ਕਿੰਨਾ ਘਣਾ ਹੈ, ਯਾਨੀ ਕਿ ਉਹ ਕਿੰਨੇ ਟੁਕੜਿਆਂ ਦੇ ਵਿੱਚ ਟੁੱਟ ਸਕਦਾ ਹੈ। ਠੀਕ ਹੈ ਜੀ, ਤਾਂ ਜਿੰਨੇ ਟੁਕੜੇ ਉਹਦੇ ਹੋ ਗਏ ਉਹਦਾ ਸਾਨੂੰ ਕੋਈ ਅੰਦਾਜ਼ਾ ਨਹੀਂ। ਤਾਂ ਜਦੋਂ ਉਹਨਾਂ ਟੁਕੜਿਆਂ ਦਾ ਅੰਦਾਜ਼ਾ ਨਹੀਂ, ਤਾਂ ਅਸੀਂ ਇਹ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਬ੍ਰਹਿਮੰਡ ਕਿੱਡਾ ਵੱਡਾ ਹੈ। ਠੀਕ ਹੈ, ਦੂਸਰੀ ਗੱਲ, ਜਿਹੜੀ ਸ਼ਕਤੀ ਉਹਨਾਂ ਨੂੰ ਖਿੱਚ ਰਹੀ ਹੈ ਉਹ ਅੱਜ ਵੀ ਖਿੱਚ ਰਹੀ ਹੈ। ਜੇ ਅਸੀਂ ਅੰਦਾਜ਼ਾ ਲਗਾ ਵੀ ਲਵਾਂਗੇ ਤਾਂ ਉਹ ਫਿਰ ਵੀ ਕੀ ਹੈ, ਐਕੂਰੇਟ ਨਹੀਂ ਹੋਏਗਾ, ਪੂਰਾ ਸਹੀ ਸਟੀਕ ਨਹੀਂ ਹੋ ਸਕਦਾ, ਕਿਉਂਕਿ ਉਹ ਸ਼ਕਤੀ ਅੱਜ ਵੀ ਖਿੱਚ ਰਹੀ ਹੈ, ਜਿੰਨਾ ਅਸੀਂ ਅੰਦਾਜ਼ਾ ਲਾ ਲਿਆ ਉਹ ਫੇਰ ਫੈਲ ਰਿਹਾ ਹੈ। ਠੀਕ ਹੈ ਜੀ, ਤਾਂ ਇਸ ਕਰਕੇ ਬ੍ਰਹਿਮੰਡ ਕਿੱਡਾ ਵੱਡਾ ਹੈ ਇਸ ਬਾਰੇ ਕੋਈ ਵੀ ਪੁਸ਼ਟੀ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕਲੀਅਰ ਹੈ? ਠੀਕ ਹੈ ਜੀ, ਚਲੋ, ਤਾਂ ਇਹ ਸੀਗਾ ਸਾਡਾ ਬ੍ਰਹਿਮੰਡ। ਹੁਣ ਅੱਗੇ ਅਸੀਂ ਪੜਾਂਗੇ ਤਾਰੇ ਦੇ ਬਾਰੇ ਚ। ਠੀਕ ਹੈ ਜੀ, ਕਿ ਤਾਰੇ ਕੀ ਹੁੰਦੇ ਹਨ।